ਜਿਉਂਦੇ ਹੀ ਦਿਸਦੇ ਨੇ ਜਪਿਆ ਹਰ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰ ਨਾਮ ਜਿਨ੍ਹਾਂ ਨੇ। ਉਹ ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਪਿਆ ਹਰ ਨਾਮ ਜਿਨ੍ਹਾਂ ਨੇ। ਜਪਿਆ ਹਰ ਨਾਮ ਜਿਨ੍ਹਾਂ ਨੇ। ਜਪਿਆ ਹਰ ਨਾਮ। ਜਪਿਆ ਹਰ ਨਾਮ ਜਿਨ੍ਹਾਂ ਨੇ। ਓ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਪਿਆ ਹਰੀ ਹੋ ਜਪਿਆ ਹਰੀ ਨਾਮ ਜਿਨ੍ਹਾਂ ਨੇ। 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 ਜਿਉਂਦੇ ਹੀ ਦਿਸਦੇ ਨੇ ਜਪਿਆ ਹਰ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰ ਨਾਮ ਜਿਨ੍ਹਾਂ ਨੇ। ਉਹ ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਿਉਂਦੇ ਹੀ ਦਿਸਦੇ ਨੇ ਜਪਿਆ ਹਰੀ ਨਾਮ ਜਿਨ੍ਹਾਂ ਨੇ। ਜਿਨ੍ਹਾਂ ਨਾ ਬਿਸਰੈ ਨਾਮ ਸੇਕ ਨੇ ਆਪੇ ਨਾ ਜਾਣੋ ਮੂਲ ਸਾਈਂ ਜਿਹਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ। ਸੰਤ ਮੰਡਲ ਮੰਗਲਮय ਮੂਰਤੀ ਮਾਤਾ ਬੋ ਦੇਵੀਓ, ਪ੍ਰੇਮੀ ਸੱਜਣੋ, ਆਪ ਸਭ ਸੰਗਤਾਂ ਬੜੇ ਹੀ ਉੱਤਮ ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੋ, ਜੋ ਕਿ ਹਰ ਸਾਲ ਦੀ ਤਰ੍ਹਾਂ ਤਤਵੇਤੇ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਨਾਮ ਦੇ ਰਸੀਏ, ਉਹਨਾਂ ਦੀ ਯਾਦ ਦੇ ਵਿੱਚ ਸਤਿਗੁਰਾਂ ਦੀ ਬਾਣੀ ਹਰੀ ਜਸ ਸਰਵਣ ਕਰਦੇ ਹੋ ਹਰ ਸਾਲ ਦੀ ਤਰ੍ਹਾਂ। ਹੁਣ ਵੀ 3 ਦਿਨਾਂ ਤੋਂ ਲੈ ਕੇ ਬਹੁਤ ਸਾਰੇ ਮਹਾਂਪੁਰਸ਼ਾਂ ਕੋਲੋਂ, ਗੁਣੀਆਂ ਗਿਆਨੀਆਂ ਕੋਲੋਂ ਆਪ ਸਭ ਸੰਗਤਾਂ ਨੇ ਪ੍ਰਵਚਨ ਸਰਵਣ ਕਰੇ। ਹਰ ਰੋਜ਼ ਮਹਾਂਪੁਰਖ ਆ ਕੇ ਬੜੀ ਦੂਰੋਂ ਦੂਰੋਂ ਆਪ ਸਭ ਸੰਗਤਾਂ ਨੂੰ ਉਪਦੇਸ਼ ਦੇ ਕੇ ਗਏ ਨੇ। ਅੱਜ ਵੀ ਆਪ ਸਭ ਸੰਗਤਾਂ ਕਾਫੀ ਸਮੇਂ ਤੋਂ ਜੁੜੇ ਹੋ। ਕਿਤਨੇ ਮਹਾਂਪੁਰਖਾਂ ਨੇ ਆਪ ਸਭ ਸੰਗਤਾਂ ਨੂੰ ਉਸ ਪ੍ਰਮਾਤਮਾ ਦੇ ਨਾਲ ਜੋੜਿਆ। ਦਾਸ ਤੋਂ ਪਹਿਲਾਂ ਸੰਤ ਬਾਬਾ ਭਗਤ ਸਿੰਘ ਜੀ ਖਾਸੀ ਟੱਕੀ ਵਾਲੇ
ਆਪ ਸਭ ਸੰਗਤਾਂ ਨੂੰ ਗੁਰਬਾਣੀ ਦੁਆਰਾ ਭਾਈ ਗੁਰਦਾਸ ਦੀਆਂ 12 ਦੁਆਰਾ ਜੋੜਨਾ ਕਰ ਰਹੇ ਸੀ, ਸਮਝਾ ਰਹੇ ਸੀ ਭਾਈ ਕਿ ਦਵਾਈ ਦੇ ਨਾਲੋਂ ਪਰਹੇਜ਼ ਜ਼ਰੂਰੀ ਹੈ। ਕਿਉਂਕਿ ਮਹਾਂਪੁਰਖਾਂ ਦੀਆਂ ਰਮਜਾਂ ਹੁੰਦੀਆਂ ਨੇ, ਜੇ ਕੋਈ ਸਮਝੇ ਸੈਣ ਕੋ ਤਾਂ ਸੇ ਕਹੀਏ ਬੈਣ, ਸੈਣ ਬੈਣ ਸਮਝੇ ਨਹੀਂ ਤਾਂ ਸੇ ਕਸੂ ਨਾ ਕਹਿਣ। ਮਹਾਂਪੁਰਖ ਹਸਾਰਾ ਮਾਰਦੇ ਨੇ, ਸਤਿਗੁਰਾਂ ਦੀ ਬਾਣੀ ਸਾਨੂੰ ਹਸਾਰੇ ਮਾਰ ਰਹੀ ਹੈ, ਸਮਝਾ ਰਹੀ ਹੈ ਭਾਈ ਆਏ ਪ੍ਰਭ ਸਰਨਾਗਤਿ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਕਹਿੰਦੇ ਜਿਹਦੇ ਹਿਰਦੇ ਦੇ ਵਿੱਚੋਂ ਪ੍ਰਮਾਤਮਾ ਦਾ ਅਕਸਰ ਵਸ ਜਾਵੇ, ਉਸ ਪ੍ਰਮਾਤਮਾ ਦਾ ਨਾਮ ਵਸ ਜਾਵੇ, ਉਹਦਾ ਜੀਵਨ ਨਿਹਾਲ ਹੋ ਜਾਂਦਾ ਹੈ। ਉਹ ਵਸਦਾ ਕਦੋਂ ਹੈ? ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਸਾਰੀ ਦੁਨੀਆ ਰਾਮ ਰਾਮ ਕਰਦੀ ਹੈ, ਬੜੀ ਸਪੀਕਰਾਂ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਕਰਿਆ ਜਾਂਦਾ ਹੈ, ਰਾਮ ਰਾਮ ਕਰਿਆ ਜਾਂਦਾ ਹੈ। ਮਸੀਤਾਂ ਦੇ ਵਿੱਚੋਂ ਵੀ ਅੱਲਾਹੂ ਅਕਬਰ ਦੀਆਂ ਆਵਾਜ਼ਾਂ ਆਉਂਦੀਆਂ ਨੇ। ਸਾਰੀ ਜਿਹੜੇ ਮਤ ਦੇ ਵਿੱਚ ਨੇ, ਜਿਹੜੇ ਮਜਹਬ ਦੇ ਵਿੱਚ ਨੇ, ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਖੁਦਾ ਕਹਿੰਦਾ, ਸਾਰੇ ਕਹਿੰਦੇ ਨੇ। ਪਰ ਸਤਿਗੁਰੂ ਜੀ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਸਾਰੀ ਦੁਨੀਆ ਰਾਮ ਰਾਮ ਕਰਦੀ ਹੈ, ਪਰ ਕਦੇ ਵਿਚਾਰ ਕਰਕੇ ਸੋਚਿਆ ਰੱਬ ਮਿਲਿਆ ਕਿਹਨਾਂ ਨੂੰ ਹੈ? ਕਿਹਨਾਂ ਨੂੰ ਰੱਬ ਮਿਲਦਾ ਹੈ? ਅਨੇਕਾਂ ਹੀ ਉਦਾਹਰਨਾਂ ਲੈ ਲਓ, ਅਨੇਕਾਂ ਹੀ। ਇੱਕ ਪਾਸੇ ਬਾਣੀ ਪੜੋ, ਬਾਣੀ ਦੇ ਵਿੱਚ ਆਪਾਂ ਭਗਤ ਕਹਿੰਦੇ ਆ, ਕੋਈ ਕਬੀਰ ਭਗਤ ਕਹਿੰਦਾ, ਕੋਈ ਰਵਿਦਾਸ ਭਗਤ ਕਹਿੰਦਾ, ਕੋਈ ਧੰਨਾ ਜੀ ਕਹਿੰਦਾ, ਸਾਰੇ ਭਗਤ ਕਹਿੰਦੇ ਹਨ। ਉਹਨਾਂ ਦੀਆਂ ਜਿਹੜੀਆਂ ਸੰਪਰਦਾਵਾਂ ਚੱਲਦੀਆਂ ਨੇ, ਉਹ ਉਹਨਾਂ ਨੂੰ ਸਤਿਗੁਰੂ ਕਹਿੰਦੇ ਨੇ। ਆਪਾਂ ਭਗਤ ਕਹਿੰਦੇ ਆ, ਉਹ ਸਤਿਗੁਰੂ ਕਹਿੰਦੇ ਨੇ। ਉਹਨਾਂ ਦੀਆਂ ਉਦਾਹਰਨਾਂ ਪੜ੍ਹ ਕੇ ਦੇਖ ਲਓ, ਉਹਨਾਂ ਭਗਤਾਂ ਨੇ, ਗੁਰੂਆਂ ਨੇ ਕੈਸਾ ਜੀਵਨ ਬਣਾ ਕੇ ਰੱਖਿਆ, ਆਪਣੇ ਜੀਵਨ ਦੇ ਵਿੱਚ ਕੀ ਘਾਲਣਾ ਘਾਲੀ। ਤੇ ਪਿਆਰਿਓ, ਜਿੱਥੇ ਉਹਨਾਂ ਨੂੰ ਕਸ਼ਟ ਪਿਆ ਉੱਥੇ ਰੱਬ ਆ ਕੇ ਖੜ ਗਿਆ। ਬਹੁਤ ਧਿਆਨ ਦੇ ਨਾਲ ਸੁਣਿਓ ਪਿਆਰਿਓ, ਬਾਣੀ ਪੜ੍ਹਦੇ ਆ ਨਾ, ਕਹਿੰਦੇ ਆ ਅਕਾਲ ਨੂੰ ਮੰਨੋ, ਅਕਾਲ ਨੂੰ। ਸਾਰੇ ਕਹਿੰਦੇ ਆ ਨਾ ਅਕਾਲ ਪੁਰਖ ਨੂੰ ਮੰਨੋ। ਬਿਲਕੁਲ ਅਕਾਲ ਪੁਰਖ ਹੈ, ਪ੍ਰਮਾਤਮਾ ਇੱਕ ਹੈ। ਏਕ ਰਾਮ ਦशरथ का बेटा, एक राम घट घट में लेटा, एक राम का सकल पसारा, एक राम है सबसे न्यारा। ਜਿਹੜਾ ਸਾਰਿਆਂ ਤੋਂ ਨਿਆਰਾ ਉਹ ਅਕਾਲ ਪੁਰਖ ਹੈ, ਉਹਨੂੰ ਵਾਹਿਗੁਰੂ ਕਹੋ। ਉਹਦੇ ਅਨੇਕਾਂ ਹੀ ਨਾਮ ਨੇ, ਕਿਸੇ ਨਾਮ ਦੇ ਨਾਲ ਪੁਕਾਰ ਲਓ। ਪਰ ਪਿਆਰਿਓ, ਇੱਕ ਝਾਤੀ ਮਾਰ ਕੇ ਦੇਖ ਲਿਓ, ਜਿਨ੍ਹਾਂ ਦੀ ਅਸੀਂ ਬਾਣੀ ਗਾਉਣੇ ਆ, ਉਹਨਾਂ ਕੋਲੇ ਪ੍ਰਮਾਤਮਾ ਆ ਕੇ ਖੜ ਗਿਆ। ਕਿਉਂ ਖੜਿਆ ਬਈ? ਰਾਮ ਰਾਮ ਤਾਂ ਅਸੀਂ ਵੀ ਕਰਦੇ ਆ, ਉਹ ਵੀ ਤਾਂ ਰਾਮ ਰਾਮ ਹੀ ਕਰਦੇ ਸੀ। ਜਿੱਥੇ ਵੀ ਵਕਤ ਪੈ ਗਿਆ, ਰੱਬ ਆ ਕੇ ਖੜ ਗਿਆ। ਸਾਡੇ ਨਾਲ ਕਿਉਂ ਨਹੀਂ ਖੜਦਾ? ਆ ਸੰਸਾਰ ਕਿੰਨਾ ਦੁਖੀ ਹੈ ਪਿਆਰਿਓ। ਮੈਂ ਜ਼ਿਆਦਾ ਸਮਾਂ ਨਹੀਂ ਲਾਉਣਾ, ਮੈਨੂੰ ਪਤਾ ਹੈ, ਕਿਉਂਕਿ ਸਮਾਪਤੀ 5 ਵਜੇ ਹੁੰਦੀ ਹੈ ਇੱਥੇ। ਮੈਂ ਕੱਲ ਆਉਣਾ ਸੀ, ਪਰ ਮੇਰਾ ਦਿੱਲੀ ਪ੍ਰੋਗਰਾਮ ਸੀ ਰਿਵਾੜੀ ਦੇ ਵਿੱਚ, ਤੇ ਇਸ ਕਰਕੇ ਕੱਲ ਨਹੀਂ ਮੈਂ ਆ ਸਕਿਆ। ਬੇਨਤੀ ਕਰੀ ਸੀ ਪੜੈਣ ਵਾਲੇ ਮਹਾਂਪੁਰਖਾਂ ਨੂੰ, ਉਹ ਕਹਿਣ ਲੱਗੇ ਅਸੀਂ ਗੱਲ ਕਰ ਲਈ, ਤੁਸੀਂ ਕੱਲ ਨੂੰ ਆ ਜਿਓ। ਸੋ ਪਿਆਰਿਓ, ਅੱਜ ਰੱਬ ਕਿਉਂ ਨਹੀਂ ਆ ਰਿਹਾ? ਕਦੇ ਸੋਚਿਆ ਕਿਸੇ ਨੇ? ਉਦੋਂ ਕਿਉਂ ਆ ਕੇ ਖੜ ਜਾਂਦਾ ਸੀ? ਅਸੀਂ ਤਾਂ ਬਹੁਤ ਵੱਡੇ ਭਗਤ ਕਹਾਉਣੇ ਆ, ਸਾਰੀ ਦੁਨੀਆ ਕਹਾਉਂਦੀ ਹੈ ਭਗਤ। ਆ ਪਿਛਲੇ ਸਾਲ ਤੋਂ ਲੈ ਕੇ ਆ ਸਾਲ ਦੇ ਵਿੱਚ ਸੰਸਾਰ ਤਰਾਹੇਮਾਨ ਕਰ ਰਿਹਾ ਹੈ। ਪਹਿਲਾਂ ਕਰੋਨਾ ਵਾਇਰਸ ਆ ਗਿਆ, ਲਾਕਡਾਊਨ ਲੱਗ ਗਿਆ,
दुनिया भुखी मर गई, गरीब लोग भुखे मर गए, रोटी नहीं मिली बहुत लोगों को। बड़े बड़े धनाड़ कहाउण वाले, राजियां वर्गा जीवन बतीत करन वाले, उन्हां नूं सड़कां ते मंगण तक दी नौबत आ गई। प्यारे आई है कि नहीं आई? तुसीं इस गल दे सारे गवाह हो। ते प्यारिओ, गरीब भी दुखी, अमीर भी दुखी, सारा संसार दुखी हो गया। हुण असीं दिल्ली दे बार्डर ते बैठे हैं किसान, कोई सुनने वाला नहीं। सुनदा कोई? सारी ठंड लग गई, पो माघ दा महीना लंघ गया, किन्ने लोग मर रहे ने। कदे सोचिया क्यों होए? गुरबाणी पढ़ो। गुरबाणी कली आए ने भी पढ़ लिया, सुन ले ते लंघ गई अगे। असी कहने फलाने ने आए करता, धिमके ने आए करता, फलाने राजे ने आए करता, फलाणिया ने सारी कह रहे हैं, असी भी नाले छोटे कहन लगे हुए हैं। पर गुरबाणी कहती दद्दा दोष ना देऊं किसै, दोष करमा अपने। किदा दोष है भाई? दोष करमा अपने। जो मैं किया सो मैं पाया, दोष ना दीजै अबर जना। जो असी बीजिया सी वो असी वढना शुरू कर लिया। किवें बीजिया बई? कदे झाती मार के देखे? हर एक जीव ठग बन गया, चोर बन गया, लुटेरा बन गया, धोखेबाज बन गया, हेरा फेरी करन लग गया। थल्ले तो लैके उपर तक जाओ सारे चोर ने। किसी नूं तुसीं घर पाउण ला लिओ, छोटे 5-7 थैले सीमेंट दे उही खराब कर जू, ये नहीं सोचूगा भी वो लैके बेचारा कित्थों आया है। तुसीं रंग करन लग जिओ, उही डोल के तुर जूगा, वो ये नहीं सोचू कित्थों आया है। किन्नी मेहनत करी, कोई गरीब घर पाउंदा किन्ना औखा है। हर एक बंदा एक दूजे नूं लुट्टण लग्या होया है। गरीब बंदा मेहनती, तेरे सारा दिन मेहनत करदा है, महीना मेहनत करदा है, उहदे चों भी कहना तेरा 500 मैं कट्टना है। दरसीसा लैंदा है बंदा। फिर होर उत्ते नूं चले जाओ, आ गऊआं फिरदियां ने रोडां दे उपर, किन्ने एक्सीडेंट हुंदे ने। फिरदियां ने ना, ये कित्थों आईयां? साडे घरां दे विचों निकलियां, रोडां ते गईयां, खेत दे विच कोई वड़न नहीं दिंदा, बाड़ां करतियां, टाकूए हत्थां दे विच ने, एडे एडे फट लगे पे ने, एडे एडे फट शरीरां ते लगे हुए ने, ते ओ गऊआं बिलक रहीआं ने। उन्हां नूं कोई पट्ठियां दी टोकरी नहीं पाउणा चाहुंदा। दुखी क्यों होए असीं? कोई गरीब दी नहीं सुनदा है, कोई पशु पक्षी दी नहीं सुनदा है, ये जीव दुखी हो गया। पहले समय च साधुआं दी संगत करदे सी, अज सारे साधुआं नूं गालां कढदे ने। सारे माड़े हो गए, बीज नाश हो गया किसी चीज का। असीं इक्के अख दे नाल सारे संसार नूं देख रहे हैं। ਜਿਹੜਾ देखो ਉਹਦੀ ਨਿੰਦਿਆ ਕਰਦਾ ਹੈ, ਉਹ ਉਹਦੀ ਨਿੰਦਿਆ ਕਰਦਾ ਹੈ, ਸਟੇਜਾਂ ਤੋਂ ਵੀ ਉਹ ਉਹਦੀ ਨਿੰਦਿਆ ਕਰਦਾ ਹੈ, ਕੋਈ ਧਰਮਾਂ ਦੀ ਨਿੰਦਿਆ ਕਰਦਾ ਹੈ। ਤੇ ਪਿਆਰਿਓ, ਲੈਣਾ ਤਾਂ ਗਿਆਨ ਸੀ, ਅਸੀਂ ਨਿੰਦਿਆ ਦੇ ਦੌਰ ਦੇ ਵਿੱਚ ਗੁਜ਼ਰਨ ਲੱਗ ਗਏ। ਨਿੰਦਿਆ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਭਵਨ। ਨਰਕਾਂ ਦਾ ਰਸਤਾ ਅਸੀਂ ਖੋਲ ਰਹੇ ਹਾਂ। ਹੋਣਾ ਕੀ ਚਾਹੀਦਾ ਸੀ? ਸਤਿਗੁਰ ਕਾ ਜੋ ਸਿੱਖ ਖਾਏ, ਭਲ ਕੇ ਉੱਠ हर नाम ते आए। होना की चाहिदा सी? अमृत वेले उठे। हुण इहदा तां अमृत वेला ही खराब हो गया। रात नूं 12-1 पैन नूं वज जांदा इहदा। आ नैट ही नहीं खड़ा छड्डदा, सारा परिवार बैठा होवे नैट चलाई जांदा है। मैं तां इत्थे तक देखदा, गुरु घर दे विच बैठा दीवान च हुंदा, पिछे दा नैट चलदा हुंदा, बैठा हुंदा सतपुरखां दी संगत च इहदी उंगली चलदी हुंदी है। ते रात दे 12-12 बजे तक नैट चलाउंदा, सवेरे उठणी हुंदा ते सूरजमुखी इहदा जीवन हो गया। 9-10-11 बजे तक ये उठदा है। होना की सी? अमृत वेले उठे। ध्यान रखियो प्यारिओ, जे कुछ खट के लैके जाना इत्थों, नहीं तां जिन्ने मर्जी कथा कीर्तन गावन ध्यावन बहुत सुने प्रसंग,
ਮਨ ਕੀ ਕੁਟਲਤਾ ਸੂਟਤ ਨਾਹੀ ਜੋ ਮਨ ਬਸੇ ਭੰਗ। ਜਿੰਨਾ ਮਰਜੀ ਕਥਾ ਕੀਰਤਨ ਸੁਣੀ ਜਾਇਓ ਗਾਈ ਜਾਇਓ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਨੇ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਹਰ ਕਰਤਾ ਸਭ ਕੋ ਜਾਣਦਾ ਸੇ ਰੋਗ ਹੱਥ ਲੀਜੈ। ਜਾਂ ਨਾਨਕ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ। ਕਹਿੰਦੇ ਹਿਰਦਾ ਸੁਧ ਦੇਖਣਾ ਉਹਨੇ। ਅੰਮ੍ਰਿਤ ਵੇਲੇ ਉੱਠੇ ਗੁਰੂ ਦਾ ਸਿੱਖ, ਚਾਹੇ ਕੋਈ ਵੀ ਹੈ, ਚਾਹੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਸਾਰੇ ਵੱਡੇ ਨੇ, ਕੋਈ ਇੱਥੇ ਛੋਟਾ ਨਹੀਂ। ਅਨਾਦੀ ਕਾਲ ਤੋਂ ਦੁਨੀਆ ਤਰਦੀ ਆਉਂਦੀ ਹੈ। ਬੜੇ ਬੜੇ ਜੀਵਨ ਪੜ੍ਹਦੇ ਆ, ਭਗਤ ਕਹਿੰਦੇ ਆ ਜਿਨ੍ਹਾਂ ਨੂੰ, ਇਹਨਾਂ ਨੇ ਵੀ ਕਿਸੇ ਦਾ ਸਿਮਰਨ ਕਰਿਆ ਹੈ। ਕਿਸੇ ਨੇ ਰਾਮ ਕਿਹਾ, ਕਿਸੇ ਨੇ ਨਾਰਾਇਣ ਕਿਹਾ, ਕਿਸੇ ਨੇ ਅੱਲਾ ਕਿਹਾ, ਤੇ ਕੋਈ ਵਾਹਿਗੁਰੂ ਕਹਿ ਰਿਹਾ ਹੈ। ਸਾਨੂੰ ਭਰਮ ਪਾਤਾ ਬਹੁਤ ਵੱਡਾ। ਉਹ ਪ੍ਰਮਾਤਮਾ ਇੱਕ ਹੀ ਹੈ, ਏਕ ਪਿਤਾ ਏਕ ਸਕੇ ਹਮ ਵਾਰ। ਸਾਨੂੰ ਅਲੱਗ-ਅਲੱਗ ਕਰਤਾ ਸਾਰਿਆਂ ਨੂੰ, ਤੇ ਜਿੱਥੇ ਜਾਣਾ ਸੀ ਅਸੀਂ ਰਸਤੇ ਤੋਂ ਭੁੱਲ ਗਏ। ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਜਾਣਾ ਕਿੱਥੇ ਹੈ। ਤੇ ਪਿਆਰਿਓ, ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠੇ, ਅੰਮ੍ਰਿਤ ਵੇਲੇ ਉੱਠਣ ਤੋਂ ਬਾਅਦ ਇਸ਼ਨਾਨ ਕਰੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ। ਕਹਿੰਦੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਤੇ ਉਸ ਤੋਂ ਬਾਅਦ ਕੀ ਕਰੇ? ਉਸ ਤੋਂ ਬਾਅਦ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਕਰੇ। ਹੁਣ ਅਸੀਂ ਕੀ ਆ? ਸਾਡਾ ਨਿਤਨੇਮ ਤਾਂ ਜ਼ਰੂਰ ਰੱਖਿਆ ਹੋਇਆ ਹੈ। 11 ਵਜੇ ਉੱਠ ਕੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਨ ਲੱਗ ਜਾਂਦੇ ਹਾਂ। ਕਦੇ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਧਿਆਨ ਨਹੀਂ ਕਰਦੇ ਉਸ ਪ੍ਰਮਾਤਮਾ ਦਾ। ਉਹ ਪ੍ਰਮਾਤਮਾ ਦਾ ਧਿਆਨ ਕਿਉਂ ਨਹੀਂ ਲੱਗਦਾ? ਕਿਉਂਕਿ ਪ੍ਰਮਾਤਮਾ ਦੇ ਉੱਪਰ ਸਾਨੂੰ ਸਰਧਾ ਤੇ ਵਿਸ਼ਵਾਸ ਹੈ ਨਹੀਂ। ਸਿਰਫ ਅਸੀਂ ਪ੍ਰਮਾਤਮਾ ਨੂੰ ਉਦੋਂ ਯਾਦ ਕਰਦੇ ਹਾਂ ਜਦੋਂ ਸਾਨੂੰ ਦੁੱਖ ਪੈਂਦਾ ਹੈ। ਨਹੀਂ, ਅਸੀਂ ਪ੍ਰਮਾਤਮਾ ਨੂੰ ਯਾਦ ਨਹੀਂ ਕਰਿਆ, ਉਹਨੂੰ ਕਦੇ ਅਸੀਂ ਆਪਣਾ ਬਣਾਇਆ ਹੈ ਨਹੀਂ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਧਿਆਨ ਲਾਵੇ, ਧਿਆਨ ਧਰ ਕੇ ਉਹਨੂੰ ਕਹੇ, ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਐਸੀ ਭਾਵਨਾ ਬਣੇ। ਮੇਰੀ ਮਾਤਾ 'ਚ ਵੀ ਤੂੰ ਬੋਲਦਾ, ਜੇ ਤੂੰ ਨਾ ਹੋਵੇ ਉਹਦੀ ਕੋਈ ਵਜੂਦ ਨਹੀਂ ਹੈ। ਮੇਰੇ ਪਿਤਾ 'ਚ ਵੀ ਤੂੰ ਬੋਲਦਾ, ਜੇ ਤੂੰ ਨਾ ਉਹਦੇ ਵਿੱਚ ਹੋਵੇਂ ਉਹਦਾ ਕੋਈ ਵਜੂਦ ਨਹੀਂ। ਸਾਰਿਆਂ ਦੇ ਵਿੱਚ ਤੂੰ ਬੋਲਦਾ, ਸਭੇ ਘਟ ਰਾਮ ਬੋਲੇ। ਸਾਰਿਆਂ ਦੇ ਵਿੱਚ ਤੂੰ ਬੋਲਦਾ, ਹਾੜ ਕੇ ਚਾਮ में बोलता राम है, किसी पारखी संत की दृष्टि आया। कोई बिरला समझदा है, पर ਇਹਨੂੰ ਪਤਾ ਕਦੋਂ ਲੱਗੂ? ਜਦੋਂ ਕਿਸੇ ਤਤਵੇਤੇ ਬ੍ਰਹਮ ਗਿਆਨੀ ਮਹਾਪੁਰਖ ਦੀ ਸੰਗਤ ਦੇ ਵਿੱਚ ਬੈਠੂਗਾ, ਉੱਥੋਂ ਗਿਆਨ ਲਊਗਾ। ਫਿਰ ਇਹ ਜਦੋਂ ਧਿਆਨ ਦੇ ਵਿੱਚ ਬੈਠੂਗਾ, ਇਹ ਤਾਂ ਉਹਨੂੰ ਦਿਖਾਵਾ ਕਰੀ ਜਾਂਦਾ ਵੀ ਲੋਕ ਦੇਖੀ ਜਾਣ, ਰਾਮ ਰਾਮ ਕਰਦਾ ਇਹ। ਲਓ ਜੀ, ਮੈਂ ਤਾਂ ਇੰਨੇ ਵਜੇ, ਕਈ ਕਹਿੰਦੇ ਇੰਨੇ ਵਜੇ ਉੱਠ ਖੜਦੇ ਆ, ਪਰ ਧਿਆਨ ਲਾਉਣ ਦੀਆਂ ਵੀ ਤਾਂ ਵਿਧੀਆਂ ਨੇ। ਮਹਾਂਪੁਰਖ ਕਹਿੰਦੇ ਹੈ ਨਾ, ਅਨਹਦ ਬਾਣੀ ਪੂੰਜੀ। ਸਤਿਗੁਰੂ ਜੀ ਕਹਿੰਦੇ ਸੰਤਨ ਹੱਥ ਰਾਖੀ ਕੁੰਜੀ। ਸੰਤਾਂ ਕੋਲੇ ਗਿਆਨ ਰੂਪੀ ਪੂੰਜੀ ਹੈ, ਉਹ ਜਿਹੜੀ ਕੁੰਜੀ ਹੈ। ਮਹਾਂਪੁਰਖ ਗਿਆਨ ਦਿੰਦੇ ਨੇ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਦੋਂ ਸੰਤ ਮਿਲਦੇ ਨੇ, ਉਹ ਗਿਆਨ ਦਾ ਅੰਜਨ ਦਿੰਦੇ ਨੇ, ਸੁਰਮਾ ਪਾਉਂਦੇ ਨੇ ਅੱਖਾਂ ਦੇ ਵਿੱਚੋਂ। ਤੂੰ ਇਸ ਤਰ੍ਹਾਂ ਇੱਥੇ ਸੰਸਾਰ ਤੇ ਉਹ ਪ੍ਰਮਾਤਮਾ ਹੀ ਸਾਰਿਆਂ 'ਚ ਰਮਿਆ ਹੋਇਆ ਹੈ। ਤੂੰ ਇੱਥੇ ਕਿਸੇ ਨੂੰ ਦੂਸਰਾ ਨਾ ਦੇਖ, ਸਾਰਿਆਂ ਦੇ ਵਿੱਚ ਉਹ ਰੱਬ ਹੈ। ਤੇਰੇ ਪਰਿਵਾਰ 'ਚ ਵੀ ਉਹ ਰੱਬ ਹੈ, ਤੇਰੇ ਰਿਸ਼ਤੇਦਾਰ 'ਚ ਵੀ ਰੱਬ ਹੈ, ਇਸ ਸੰਸਾਰ ਦੇ ਵਿੱਚ ਵੀ ਰੱਬ ਹੈ। ਕੋਈ ਘਟ ਉਹ ਤੋਂ ਬਿਨਾ ਖਾਲੀ ਨਹੀਂ ਹੈ। ਤੇ ਜਦੋਂ ਇਹ ਦੇਖੂਗਾ, ਫਿਰ ਉਹਦਾ ਕੋਈ ਮਿੱਤਰ ਨਹੀਂ ਰਹਿਣਾ, ਕੋਈ ਬੈਰੀ ਨਹੀਂ ਰਹਿਣਾ, ਜਦੋਂ ਸਾਰਿਆਂ ਦੇ ਵਿੱਚ ਰੱਬ ਹੈ। ਬੈਰੀ ਮਿੱਤਰ ਤਾਂ ਉਦੋਂ ਤੱਕ ਹੈ ਜਦੋਂ ਉਹਨੂੰ ਦੂਸਰਾ ਸਮਝ ਰਿਹਾ ਹੈ। ਤੇ ਜਦੋਂ ਫਿਰ ਧਿਆਨ ਦੇ ਵਿੱਚ ਬੈਠੂ, ਫਿਰ ਗੁਰੂ ਕਹਿੰਦਾ ਵੀ ਸਵੇਰੇ ਉੱਠ ਕੇ ਧਿਆਨ ਧਰ, ਪਰਮਾਤਮਾ ਦਾ ਸਿਮਰਨ ਕਰ। ਮਹਾਂਪੁਰਖ ਕਹਿੰਦੇ ਨੇ ਵੀ ਹਰ ਗ੍ਰਸਤੀ ਨੂੰ ਘੱਟੋ ਘੱਟ 2.5 ਘੰਟੇ ਸਿਮਰਨ ਕਰਨਾ ਚਾਹੀਦਾ ਹੈ। ਸਿਮਰਨ ਆਏ ਨਹੀਂ ਵੀ ਟਾਈਮ ਪਾਸ ਜਿਹਾ ਹੋ ਗਿਆ। ਬਿਲਕੁਲ ਸਿੱਧਾ ਬੈਠ ਕੇ, ਚਾਹੇ ਪਦਮ ਆਸਣ ਲੱਗਦਾ ਉਹ ਲਾ ਲੈ, ਸਿੱਧਾ ਆਸਣ ਲੱਗਦਾ ਉਹ ਲਾ ਲੈ,
ਚਾਹੇ ਸਹਿਜ ਆਸਣ ਦੇ ਵਿੱਚ ਬੈਠ ਜਾ, ਜੇ ਤੈਨੂੰ ਕੋਈ ਤਕਲੀਫ ਹੈ ਭਾਵੇਂ ਕੁਰਸੀ ਤੇ ਬੈਠ ਜਾ, ਪਰ ਐਸੀ ਬਿਰਤੀ ਬਣਾ ਕੇ ਤੇਰੀ ਉਂਗਲੀ ਵੀ ਨਾ ਹਿੱਲੇ। ਤੇਰਾ ਧਿਆਨ ਉਹ ਪ੍ਰਮਾਤਮਾ ਦੇ ਵਿੱਚ ਲੱਗਿਆ ਹੋਣਾ ਚਾਹੀਦਾ ਵੀ ਉਹ ਪ੍ਰਮਾਤਮਾ, ਪਹਿਲਾਂ ਇਹ ਧਿਆਨ 'ਚ ਚੱਲਣਾ ਚਾਹੀਦਾ ਆ ਸਰੀਰ ਨੂੰ ਬਣਾਉਣ ਵਾਲਾ ਕੌਣ ਹੈ, ਮੈਂ ਉਹਦੇ ਤੱਕ ਪਹੁੰਚਣਾ ਹੈ, ਮੈਂ ਉਹਦੇ ਤੱਕ ਪਹੁੰਚਣਾ ਹੈ। ਇਹ ਸੋਹਣੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਕੌਣ ਹੈ, ਮੈਂ ਉਹਦੇ ਤੱਕ ਪਹੁੰਚਣਾ ਹੈ। ਪਹਿਲਾਂ ਇਹ ਖਿਆਲ ਲਿਆਉਣੇ ਪੈਣਗੇ ਗੁਰੂ ਦੀ ਆਗਿਆ ਦੇ ਨਾਲ, ਕਿਉਂਕਿ ਫਿਰ ਉਹਦੇ ਨਾਲ ਪ੍ਰੇਮ ਜਾਗੂਗਾ। ਕੋਈ ਚੀਜ਼ ਦਾ ਪਤਾ ਲੱਗ ਜੇ ਨਾ, ਫਲਾਣੀ ਚੀਜ਼, ਫਲਾਣਾ ਬ੍ਰਾਂਡ ਬਹੁਤ ਵਧੀਆ ਹੈ, ਆਪਾਂ ਕਹਿੰਦੇ ਕਿੱਥੋਂ ਮਿਲੂਗਾ, ਕਿਹੜੀ ਦੁਕਾਨ ਤੋਂ ਮਿਲੂਗਾ, ਕਿਵੇਂ ਮਿਲੂਗਾ। ਇਸੇ ਤਰ੍ਹਾਂ ਇਹ ਸੰਸਾਰ ਨੂੰ ਬਣਾਉਣ ਵਾਲਾ ਕਿੱਥੇ ਰਹਿੰਦਾ ਹੈ, ਉਹ ਕਿਹੋ ਜਿਹਾ, ਕਿਹੜੇ ਰੂਪ 'ਚ ਹੈ, ਇਹ ਨਿਰਗੁਣ ਧਿਆਨ ਦੇ ਵਿੱਚ ਜਾਣਾ ਜੀ। ਜੇ ਸਰਗੁਣ ਧਿਆਨ ਦੇ ਵਿੱਚ ਜਾਣਾ ਹੈ, ਫਿਰ ਜਿਹਨੂੰ ਤੂੰ ਮੰਨਦਾ ਹੈ, ਚਾਹੇ ਦੇਹਧਾਰੀ ਹੈ, ਉਹਨੂੰ ਇੰਨਾ ਪ੍ਰਤੱਖਤਾ ਦੇ ਨਾਲ ਮੰਨ, ਕਹਿੰਦੇ ਰੱਬ ਵੀ ਉਹਦੇ ਰੂਪ ਦੇ ਵਿੱਚ ਤੇਰੇ ਸਾਹਮਣੇ ਆ ਕੇ ਖੜ ਜਾਵੇ। ਰੱਬ ਨੂੰ ਆਉਣਾ ਪੈਂਦਾ ਹੈ, ਉਹੇ ਜਿਹਾ ਹੀ ਬਣ ਕੇ ਆਉਂਦਾ ਹੈ, ਉਹ ਜਿਹੋ ਜਿਹਾ ਤੂੰ ਚਾਹਣਾ ਹੈ। ਰੱਬ ਹੈ ਸਾਰਿਆਂ ਦੇ ਵਿੱਚ, ਕੁੱਤੇ ਤੋਂ ਲੈ ਕੇ ਹਸਤੀ ਤੱਕ ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ ਹੈ। ਜਿਹੋ ਜੀ ਤੇਰੀ ਬਿਰਤੀ ਬਣੀ ਹੋਈ ਹੈ, ਉਹੇ ਜਿਹਾ ਹੀ ਤੈਨੂੰ ਮਿਲੀ ਜਾਂਦਾ ਹੈ। ਪਾਪੀ ਨੂੰ ਸਾਹਮਣੇ ਪਾਪ ਕਰਨ ਵਾਲਾ ਮਿਲੀ ਜਾਂਦਾ ਹੈ, ਧਰਮੀ ਨੂੰ ਧਰਮ ਹੈ ਤਾਂ ਉਹੀ ਵਿੱਚ ਬੋਲਦਾ, ਦੂਸਰਾ ਕੌਣ ਹੈ ਉੱਥੇ। ਪਰ ਨਹੀਂ, ਇੱਥੇ ਪਿਆਰਿਓ ਧਿਆਨ ਲੈ ਕੇ ਆਓ। ਅੰਮ੍ਰਿਤ ਵੇਲੇ ਉੱਠੇ, 2.5 ਘੰਟੇ ਬੈਠ ਕੇ ਸਿਮਰਨ ਕਰੇ, ਠੀਕ ਹੈ। ਜੇ 2.5 ਨਹੀਂ, ਸਵਾ ਘੰਟਾ ਤਾਂ ਸੁਬਾਹ ਸ਼ਾਮ ਲਾਵੇ, ਪਰ ਇਹਦੇ ਕੋਲੇ ਸਮਾਂ ਹੀ ਹੈ ਨਹੀਂ। ਗੱਲਾਂ ਮਰਾ ਲਓ ਸਾਰਾ ਦਿਨ ਬਿਠਾ ਕੇ, ਚੁਗਲੀਆਂ ਕਰਾ ਲਓ, ਨਿੰਦਿਆ ਕਰਵਾ ਲਓ, ਸੰਸਾਰਕ ਗੱਲਾਂ ਕਰਾ ਲਓ, ਰਾਜਨੀਤਿਕ ਗੱਲਾਂ ਕਰਾ ਲਓ, ਟੀਵੀ ਦੇ ਸਾਰਾ ਦਿਨ ਬੈਠਾ ਰਹਿੰਦਾ ਹੈ। ਪਰ ਮਹਾਂਪੁਰਖ ਕਹਿੰਦੇ ਭਾਈ 2.5 ਘੰਟੇ ਸਿਮਰਨ ਕਰੇ। ਸਿਮਰਨ ਤੋਂ ਉਪਰੰਤ ਪਤਾ ਕੀ ਕਰੇ? ਸਿਮਰਨ ਦੀ ਨਿਸ਼ਾਨੀ ਕੀ ਹੈ? ਜਦੋਂ ਸਿਮਰਨ ਤੋਂ ਉੱਠੂ, ਇਹਦੇ ਅੰਦਰ ਦਇਆ ਆਊਗੀ। ਜਦੋਂ ਸਿਮਰਨ ਤੋਂ ਉੱਠੂਗਾ ਨਾ, ਇਹਦੇ ਅੰਦਰ ਦਇਆ ਆਊਗੀ। ਇਹਨੇ ਹੋਰ ਕੁਝ ਨਹੀਂ ਕਰਨਾ। ਜੇ ਤਾਂ ਬਾਹਲਾ ਗਰੀਬ ਆ ਤਾਂ ਇੱਕ ਮੁੱਠੀ ਕਣਕ ਦੇ ਦਾਣੇ ਲੈ ਲੇ, ਕੋਈ ਵੀ ਦਾਣੇ ਜਾਨਵਰਾਂ ਨੂੰ ਪਾ ਦੇਵੇ, ਕੁੱਤੇ ਨੂੰ ਰੋਟੀ ਪਾ ਦੇਵੇ। ਕੋਈ ਗਊ ਫਿਰਦੀ ਹੈ, ਉਹਨੂੰ ਟੋਕਰਾ ਤੂੜੀ ਦਾ ਹੀ ਪਾ ਦੇਵੇ। ਉਸ ਤੋਂ ਬਾਅਦ ਜੀਵਨ ਦੀ ਕਿਰਿਆ ਸ਼ੁਰੂ ਕਰੇ। ਦੇਖਿਓ ਜੀਵਨ ਦੇ ਵਿੱਚ ਆਨੰਦ ਆਉਂਦਾ ਹੈ ਕਿ ਨਹੀਂ ਆਉਂਦਾ ਹੈ। ਹੁਣ ਸਾਡਾ ਜੀਵਨ ਕਿਹੋ ਜਿਹਾ? ਨਾ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਨਾ ਅੰਮ੍ਰਿਤ ਵੇਲੇ ਮੈਂ ਤਾਂ ਕਈ ਐਸੇ ਵੀ ਦੇਖਦਾ, ਰੱਬ ਨੂੰ ਮੰਨਣ ਵਾਲੇ ਕਹਾਉਂਦੇ ਨੇ, ਕਈ ਡੇਰਿਆਂ ਗੁਰਦੁਆਰਿਆਂ 'ਚ ਵੀ ਜਾਂਦੇ ਨੇ, ਉਹਨਾਂ ਨੂੰ ਚੌਧਰਾਂ ਮਿਲੀਆਂ, ਪਰ ਇਸ਼ਨਾਨ ਕਹਿੰਦੇ ਰਾਤ ਨੂੰ ਕਰ ਲੈਂਦੇ ਆ ਅਸੀਂ, ਠੰਡ ਹੁੰਦੀ ਆ ਕਹਿੰਦੇ ਸਵੇਰੇ। ਕੀ ਸਾਨੂੰ ਮਿਲੂ ਇੱਥੋਂ ਸੰਸਾਰ ਦੇ ਵਿੱਚੋਂ? ਅਹਰਨ ਕੀ ਚੋਰੀ ਸੂਈ ਕਾ ਦਾਨ, ਕੋਠੇ ਚੜ ਕੇ ਦੇਖਦੇ ਕਦੇ ਆਵੇ ਭਗਵਾਨ। ਚੋਰੀ ਅਹਰਨ ਦੇ ਕਰਦੇ ਆ, ਸੂਈ ਦਾ ਦਾਨ ਕਰਦੇ ਆ, ਕਹਿੰਦੇ ਰੱਬ ਆਇਆ ਨਹੀਂ। ਸਾਰਾ ਦਿਨ ਨਿੰਦਿਆ ਚੁਗਲੀ ਸਮਾਂ ਲਗਾਉਣੇ ਆ। 1 ਮਿੰਟ ਰਾਮ ਰਾਮ ਕਰਿਆ, ਗੁਰਦੁਆਰੇ ਜਾ ਕੇ ਮੱਥਾ ਟੇਕਿਆ, ਉੱਥੇ ਚੌਧਰ ਮਿਲ ਗਈ, ਬਸ ਕਹਿੰਦੇ ਸਾਰਾ ਕੁਝ ਬਣ ਗਿਆ। ਨਹੀਂ, ਇਸੇ ਕਰਕੇ ਦੁਖੀ ਆ। ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ, ਸਿਮਰਨ ਕਰ, ਹੱਥੋਂ ਦਾਨ ਕਰ, ਦਿਨ ਦੇ ਵਿੱਚ ਸੰਕਲਪ ਕਰ, ਉਹ ਮੈਂ ਕਿਸੇ ਦੀ ਸਾਰੇ ਦਿਨ ਦੇ ਵਿੱਚ ਨਿੰਦਿਆ ਨਹੀਂ ਕਰਨੀ, ਮੈਂ ਝੂਠ ਨਹੀਂ ਬੋਲਣਾ, ਇਹ ਸੰਕਲਪ ਕਰਕੇ ਚੱਲ। ਮੈਂ ਕਿਸੇ ਨਾਲ ਹੇਰਾ ਫੇਰੀ ਨਹੀਂ ਕਰਨੀ, ਮੈਂ ਕਿਸੇ ਨੂੰ ਧੋਖਾ ਨਹੀਂ ਦੇਣਾ। ਇੱਥੇ ਤਾਂ ਸਾਰਾ ਦਿਨ ਇੱਕ ਦੂਜੇ ਨੂੰ ਬਿਨਾਂ ਮਤਲਬ ਤੋਂ ਝੂਠ ਬੋਲੀ ਜਾਂਦੇ ਆ, ਬਿਨਾਂ ਮਤਲਬ ਤੋਂ ਧੋਖਾ ਦੇਈ ਜਾਂਦੇ ਆ। ਨਾਲੇ ਸਾਰਿਆਂ ਨੂੰ ਪਤਾ ਹੈ ਮਰਨਾ ਸੱਚ ਹੈ। ਇੱਥੇ ਕੁਝ ਨਾਲ ਨਹੀਂ ਜਾਣਾ, ਸਾਰੇ ਜਾਣਦੇ ਐ। ਇੱਥੇ ਸਭ ਕੁਝ ਇੱਥੇ ਹੀ ਰਹਿ ਜਾਣਾ, ਸਾਰੇ ਜਾਣਦੇ ਐ। ਫਿਰ ਕਾਹਦੇ ਵਾਸਤੇ ਝੂਠ ਬੋਲਦਾ ਹੈ? ਤੂੰ ਨਿੰਦਿਆ ਕਿਹਦੀ ਕਰਦਾ ਹੈ? ਪੜ੍ਹੀ ਜਾਂਦਾ ਸਾਰਿਆਂ 'ਚ ਰੱਬ ਹੈ, ਸਾਰਿਆਂ 'ਚ ਰੱਬ ਹੈ, ਫਿਰ ਨਿੰਦਿਆ ਕਿਹਦੀ ਕਰਦਾ ਹੈ? ਉਹ ਜਿਹੋ ਜੀ ਤੇਰੀ ਬਿਰਤੀ ਹੋਗੀ, ਉਹਨੇ ਤੈਨੂੰ ਦੁੱਖ ਖੜੇ ਹੋ ਗਏ। ਆ ਕਰੋਨਾ ਕਾਲ ਦੇ ਵਿੱਚ ਇੱਕ ਯਾਦ ਕਰਿਓ, ਥੋੜੀ ਜਿਹੀ ਸੋਚ ਉੱਚੀ ਲੈ ਜਿਓ। ਦੁਖੀ 2 ਬੰਦੇ ਜ਼ਿਆਦਾ ਹੋਏ ਨੇ, ਜ਼ਿਆਦਾ ਅਮੀਰ ਵੀ ਦੁਖੀ ਹੋ ਗਏ, ਜ਼ਿਆਦਾ ਗਰੀਬ ਵੀ ਦੁਖੀ ਹੋ ਗਏ। ਕਿਹੜੇ ਕਿਹੜੇ? ਕਹਿੰਦੇ ਜਿਹੜੇ ਤਾਂ ਰੱਬ ਨੂੰ ਕਦੇ ਯਾਦ ਹੀ ਨਹੀਂ ਕਰਦੇ, ਬਸ ਕਮਾ ਲਿਆ, ਉਹਨਾਂ ਕ ਖਾ ਲਿਆ, ਸ਼ਰਾਬਾਂ ਬੀੜੀਆਂ ਪੀ ਲੀਆਂ, ਜਰਦੇ ਖਾ ਲਏ, ਉਹ ਰੋਟੀ ਤੋਂ ਮੁਹਤਾਜ ਹੋਏ, ਕਿਉਂਕਿ ਹੈ ਨਹੀਂ ਸੀ ਕੁਛ ਪੱਲੇ। ਤੇ ਜਾਂ ਫਿਰ ਬਾਹਲੇ ਅਮੀਰ ਲੋਕ ਜ਼ਿਆਦਾ ਦੁਖੀ ਹੋ ਗਏ, ਕਿਉਂਕਿ ਬਾਹਰ ਨਹੀਂ ਸੀ ਨਿਕਲ ਸਕਦੇ, ਜਿਹੜੇ ਮौज ਮਸਤੀਆਂ ਕਰਦੇ ਸੀ ਉਹਨਾਂ ਨੂੰ ਜੇਲ੍ਹ ਹੋ ਗਈ। ਤੇ ਪਿਆਰਿਓ ਜਿਹੜੇ ਗੁਰੂ ਦੇ ਲੜ ਲੱਗੇ ਹੋਏ ਸੀ, ਉਹ ਗੁਰੂ ਘਰ ਚਲੇ ਗਏ। ਉਹਨੂੰ ਗੁਰੂ ਨੇ ਪ੍ਰੇਰਨਾ ਐਸੀ ਕਰਤੀ, ਜਾ ਓਏ
ਤੂੰ ਦਿਆ ਕਰ, ਤੂੰ ਲੰਗਰ ਲਾ ਦੇ। ਉਹ ਲੰਗਰਾਂ ਦੇ ਵਿੱਚ ਲੱਗ ਗਏ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਲੋਕਡਾਊਨ ਕਦੋਂ ਲੰਘ ਗਿਆ। ਤੁਹਾਡੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਗੁਰੂ ਘਰਾਂ ਦੇ ਵਿੱਚ ਪਹੁੰਚ ਗਏ, ਗੁਰੂ ਦੇ ਨਾਲ ਜੁੜ ਗਏ। ਬਾਹਰ ਤਾਂ 2 ਜਾਣੇ ਨਹੀਂ ਸੀ ਇਕੱਠੇ ਹੋ ਸਕਦੇ, ਗੁਰੂ ਘਰ ਦੇ ਵਿੱਚ 100-100 ਬੰਦਾ ਇਕੱਠਾ ਹੋ ਕੇ ਸੇਵਾ ਕਰਦਾ ਸੀ। ਐਂ ਲੰਘਦਾ ਸੀ ਜਿਵੇਂ ਤੀਆਂ ਲੰਘਦੀਆਂ, ਪਤਾ ਹੀ ਨਹੀਂ ਸੀ ਲੱਗਦਾ। ਕਾਰਨ ਕੀ? ਜਿਹੜੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਸੀ, ਉਹਨਾਂ ਦੇ ਅੰਦਰ ਦਇਆ ਆਈ, ਉਹਨਾਂ ਦੇ ਅੰਦਰ ਧਰਮ ਆਇਆ, ਉਹਨਾਂ ਦਾ ਜੀਵਨ ਸੌਖਾ ਲੰਘਿਆ। ਜਿਹੜੇ ਪਰਮੇਸ਼ਰ ਤੋਂ ਬੇਮੁਖ ਸੀ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਿਨਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਸਾਰਾ ਕੁਝ ਹੁੰਦੇ ਹੀ ਜੀਵ ਦੁਖੀ ਸੀ। ਅੱਜ ਅਸੀਂ ਦੁਖੀ ਕਿਉਂ ਆ? ਸਾਡੇ ਅੰਦਰੋਂ ਦਇਆ ਖਤਮ ਹੋ ਗਈ। ਭਾਈ ਗਰੀਬਾਂ ਦੀ ਮਦਦ ਕਰਿਆ ਕਰੋ, ਪਕਸ਼ੀਆਂ ਨੂੰ ਦਾਣੇ ਪਾਇਆ ਕਰੋ। ਸਹਿਜੇ ਧਰਮ ਨੇ ਇਹ। ਪੁਰਾਣੇ ਸਮੇਂ ਦੇ ਵਿੱਚ ਮਾਤਾਵਾਂ ਰੋਟੀ ਲਾਉਂਦੀਆਂ ਸੀ ਨਾ, ਤਾਂ 5-7 ਲਾ ਕੇ ਵੈਸੀ ਰੱਖ ਦਿੰਦੀਆਂ ਸੀ। ਕੋਈ ਗਰੀਬ ਗੁਰਬਾ ਆ ਜੇ, ਗਊ ਨੂੰ ਦੇ ਦੇਣੀ, ਕੁੱਤੇ ਨੂੰ ਪਾ ਦਿੰਦੀ, ਜਾਨਵਰ ਨੂੰ। ਸਹਿਜੇ ਧਰਮ ਹੋ ਜਾਂਦਾ ਸੀ। ਹੁਣ ਤਾਂ ਧਰਮ ਹੀ ਖਤਮ ਹੋ ਗਿਆ। ਆ ਫਰਿੱਜਾਂ ਆ ਗਈਆਂ, ਉਨਾ ਹੀ ਆਟਾ ਗੁੰਨਣਾ, ਫਰਿੱਜ 'ਚ ਰੱਖ ਦੇਣਾ, ਤੇ ਸ਼ਾਮ ਨੂੰ ਸਵੇਰ ਨੂੰ ਫੇਰ ਉਹੀ ਪਕਾ ਲੈਣਾ। ਕਾਰਨ ਕੀ? ਧਰਮ ਸਾਡਾ ਖਤਮ ਹੋ ਗਿਆ। ਤੇ ਇਸ ਕਰਕੇ ਧਰਮ ਨੂੰ ਧਾਰਨ ਕਰੋ। ਤੇ ਫਿਰ ਕਿਉਂਕਿ ਗੁਰੂ ਜੀ ਨੇ ਜੇ 5 ਪਿਆਰੇ ਸਾਜੇ ਨਾ, ਪਹਿਲਾਂ ਦਇਆ ਸਿੰਘ ਸਾਜਿਆ, ਫਿਰ ਧਰਮ ਸਿੰਘ ਸਾਜਿਆ। ਕਿਉਂਕਿ ਜੇ ਦਇਆ ਆਊਗੀ ਤਾਂ ਸਾਡੇ ਜੀਵਨ 'ਚ ਧਰਮ ਆਉਣਾ ਹੈ। ਇਸ ਕਰਕੇ ਪਿਆਰਿਓ ਸੰਗਤ ਕਰਿਆ ਕਰੋ, ਰੱਬ ਦੇ ਪਿਆਰਿਆਂ ਦੀ ਸੰਗਤ ਕਰਿਆ ਕਰੋ, ਜੋ ਸਾਤੋਂ ਸਹਿਜ ਹੀ ਧਰਮ ਕਰਵਾ ਦੇਣ, ਸਾਡੇ ਅੰਦਰ ਦਇਆ ਪੈਦਾ ਹੋ ਜਾਵੇ। ਅੱਜ ਮੈਂ ਦੇਖਦਾ ਲੜ ਲੋ, ਫਲਾਣੇ ਮਾੜੇ ਨੇ, ਧਮਕੇ ਮਾ ਫਲਾਣਾ ਧਰਮ ਮਾੜਾ, ਫਲਾਣਾ ਮਜ਼ਹਬ ਮਾੜਾ, ਬਸ ਇਹੀ ਗੱਲਾਂ ਕਰਕੇ ਟਾਈਮ ਪਾਸ ਕਰ ਜਾਂਦੇ ਨੇ। ਸਾਡੇ ਅੰਦਰ ਦਇਆ ਹੀ ਨਹੀਂ ਆਉਣ ਦਿੰਦੇ, ਸਾਡੇ ਅੰਦਰ ਧਰਮ ਹੀ ਨਹੀਂ ਆਉਣ ਦਿੰਦੇ। ਕਲੀ ਕਾਲ ਦਾ ਪ੍ਰਭਾਵ ਐਸਾ ਹੋ ਗਿਆ। ਸਾਡੇ ਨਾਲ ਗੱਲਾਂ ਹੀ ਸਾਨੂੰ ਬਸ ਸੰਸਾਰ ਦੀਆਂ ਗੱਲਾਂ ਕਰਕੇ ਚਲੇ ਜਾਂਦੇ ਨੇ। ਕਿਉਂਕਿ ਇੱਥੇ ਗੱਲ ਕੀ ਹੋਣੀ ਚਾਹੀਦੀ ਹੈ? ਇੱਥੇ ਗੱਲ ਹੋਣੀ ਚਾਹੀਦੀ ਹੈ, ਉਹ ਪਿਆਰਿਆ ਇਹਨੂੰ ਜੀਵਨ ਨੂੰ ਬਰਬਾਦ ਨਾ ਕਰਦੀ, ਇਹੋ ਜਿਹਾ ਕਰਮ ਕਰਕੇ ਚਲਿਆ ਜਾ। ਇਹ ਦੁਨੀਆ ਨੂੰ ਛੱਡ ਕੇ ਇੱਕ ਦਿਨ ਅਲਵਿਦਾ ਕਹਿ ਕੇ ਤੈਂ ਜਾਣਾ। ਕੋਈ ਚੰਗਾ ਕਰਮ ਕਮਾ ਲੈ, ਕੋਈ ਧਰਮ ਦਾ ਕਰਮ ਕਮਾ ਲੈ, ਕੋਈ ਦਇਆ ਦਾ ਧਰਮ ਕਮਾ ਲੈ। ਤੇਰਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ ਹੋ ਜਾਵੇ। ਤੁਹਾਡੇ ਨਗਰ ਦੇ ਵਿੱਚ ਕੋਈ ਧਰਮੀ ਬੰਦਾ ਹੋਵੇ, ਜਿਵੇਂ ਬਾਬਾ ਗੁਰਬਚਨ ਸਿੰਘ ਮਹਾਰਾਜ ਜੀ ਸੀ, ਪ੍ਰਮਾਣ ਹੈ ਇਹ। ਉਹਨਾਂ ਦਾ ਜੀਵਨ ਕਿਹੋ ਜਿਹਾ? ਬੰਦਗੀ ਕਰਨੀ ਹੈ ਤਾਂ ਘਰ ਦੇ ਵਿੱਚ ਸੀ, ਕੋਈ ਬਾਹਲਾ ਵੱਡਾ ਡੇਰਾ ਥੋੜੀ ਬਣਾਇਆ ਸੀ। ਸਿਮਰਨ ਕਰਨਾ, ਦੂਜਿਆਂ ਨੂੰ ਸੱਤ ਦਾ ਉਪਦੇਸ਼ ਦੇਣਾ, ਸਭ ਦਾ ਭਲਾ ਮੰਗਣਾ, ਕਿਸੇ ਦਾ ਮਾੜਾ ਨਹੀਂ ਕਦੇ ਕਰਿਆ। ਤੇ ਜੇ ਕਿਤੇ ਉਹ ਤੁਹਾਨੂੰ ਬਾਹਰ ਨਿਕਲਦਿਆਂ ਨੂੰ ਮੱਥੇ ਲੱਗਦੇ ਸੀ, ਤੁਸੀਂ ਨਗਰ ਦੇ ਲੋਕ ਕੀ ਕਹਿੰਦੇ ਸੀ? ਅੱਜ ਰੱਬ ਮਿਲ ਗਿਆ, ਰੱਬ ਦੇ ਦਰਸ਼ਨ ਹੋ ਗਏ। ਕਿਉਂ? ਕਿਉਂਕਿ ਉਹਨਾਂ ਦੇ ਜੀਵਨ 'ਚ ਧਰਮ ਸੀ, ਦਇਆ ਸੀ। ਤੇ ਉੱਥੇ ਨਗਰ 'ਚ ਤੁਹਾਡੇ ਕੋਈ ਸ਼ਰਾਬੀ ਕਬਾਬੀ ਹੋਵੇ, ਭੈੜੇ ਕਰਮ ਵਾਲਾ ਹੋਵੇ, ਇੱਜ਼ਤ ਦਾ ਸਾਂਝਾ ਨਾ ਹੋਵੇ, ਰੋਜ਼ ਦਾਰੂ ਪੀ ਕੇ ਲੋਕਾਂ ਨੂੰ ਗਾਲਾਂ ਕੱਢਦਾ ਹੋਵੇ, ਤੰਗ ਕਰਦਾ ਹੋਵੇ, ਕੋਈ ਮਾੜਾ ਜਿਹਾ ਉੱਚੇ ਉਹਦੇ ਤੇ ਹੋ ਕੇ ਲੋਕਾਂ ਨੂੰ ਤੰਗ ਕਰਦਾ ਹੋਵੇ, ਤੁਸੀਂ ਘਰੋਂ ਨਿਕਲੋ ਮੱਥੇ ਲੱਗ ਜੇ, ਤੁਸੀਂ ਕਹਿੰਦੇ ਹੋ ਅੱਜ ਤਾਂ ਰਾਖਸ਼ ਮੱਥੇ ਲੱਗ ਗਿਆ, ਸਾਰਾ ਦਿਨ ਖਰਾਬ ਹੋ ਗਿਆ। ਇਸ ਕਰਕੇ ਜਿਹੜਾ ਧਰਮ ਕਰਦਾ ਹੈ ਉਹਨੂੰ ਰੱਬ ਦੇ ਸਮਾਨ ਦੁਨੀਆ ਪੂਜਦੀ ਹੈ, ਜਿਹੜਾ ਪਾਪ ਕਰਦਾ ਹੈ ਉਹਨੂੰ ਰਾਖਸ਼ ਦੇ ਸਮਾਨ ਦੁਨੀਆ ਸਮਝਦੀ ਹੈ। ਇਸ ਕਰਕੇ ਚੰਗੇ ਕਰਮ ਕਰੋ, ਧਰਮ ਦਾ ਕਰਮ ਕਰੋ, ਚੰਗੇ ਸੰਤਾਂ ਦੀ ਸਾਧੂਆਂ ਦੀ ਸੰਗਤ ਕਰੋ, ਜੋ ਗੁਰਬਾਣੀ ਅਨੁਸਾਰ ਸਾਡਾ ਜੀਵਨ ਨਿਰਵਾਹ ਹੋ ਜਾਵੇ, ਸਾਨੂੰ ਦੱਸ ਦੇਣ। ਇਸ ਕਰਕੇ ਇਹ ਦੁਨੀਆ ਦੇ ਵਿੱਚ ਆਏ ਆ, ਕੋਈ ਐਸੀ ਨਿਸ਼ਾਨੀ ਛੱਡ ਜਾ ਤੇਰਾ ਸੰਸਾਰ ਦੇ ਵਿੱਚ ਵੀ ਨਾ ਰਹਿ ਜਾਵੇ। ਜਿਵੇਂ ਬਾਬਾ ਗੁਰਬਚਨ ਸਿੰਘ ਜੀ ਨੂੰ ਯਾਦ ਕਰਦੇ ਆ ਨਾ ਸਾਰੇ, ਤੇ ਆਏ ਨਾ ਹੋਵੇ ਕਿਤੇ ਬਾਅਦ ਦੇ ਵਿੱਚ ਆਏ ਕਹਿਣ ਵੀ ਚੰਗਾ ਹੋਇਆ ਦਰਾਂ ਚੋਂ ਰੂੜੀ ਚੱਕੀ ਗਈ, ਬੜਾ ਤੰਗ ਕਰਦਾ ਸੀ। ਦੁਨੀਆ ਜਾ ਰਹੀ ਹੈ। ਆਓ ਇੱਕ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ। ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੀ, ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੀ। ਉਹ ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੀ, ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੀ। ਦੁਨੀਆ ਪਈ ਜਾਂਦੀ ਆ ਬੰਦਿਆ ਛੱਡ ਜਾ ਕੋਈ ਨਿਸ਼ਾਨੀ, ਦੁਨੀਆ ਪਈ ਜਾਂਦੀ ਆ ਬੰਦਿਆ
ਤੇ ਪੁੰਨ ਕਰਾਉਂਦਾ। ਦੁਨੀਆ ਵਿੱਚ ਪੈਸਾ ਏ ਜਿਹੜਾ ਪਾਪ ਤੇ ਪੁੰਨ ਕਰਾਉਂਦਾ। ਇਹ ਭੇਜੇ ਨਰਕਾਂ ਨੂੰ ਪੈਸਾ ਸੁਰਗਾਂ ਵਿੱਚ ਪਹੁੰਚਾਉਂਦਾ। ਇਹ ਭੇਜੇ ਨਰਕਾਂ ਨੂੰ ਪੈਸਾ ਸੁਰਗਾਂ ਵਿੱਚ ਪਹੁੰਚਾਉਂਦਾ। ਇਹ ਮਾਨ ਵਧਾਉਂਦਾ ਏ ਪੈਸਾ ਕਰਦਾ ਬੰਦੇ ਦੀ ਹਾਨੀ। ਦੁਨੀਆ ਪਈ ਜਾਂਦੀ ਏ ਬੰਦਿਆ ਛੱਡ ਜਾ ਕੋਈ ਨਿਸ਼ਾਨੀ। ਦੁਨੀਆ ਪਈ ਜਾਂਦੀ ਆ ਬੰਦਿਆ ਛੱਡ ਜਾ ਕੋਈ ਨਿਸ਼ਾਨੀ। ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ। ਦੁਨੀਆ ਵਿੱਚ ਪੈਸਾ ਏ ਜਿਹੜਾ ਪਾਪ ਤੇ ਪੁੰਨ ਕਰਾਉਂਦਾ। ਇਹ ਭੇਜੇ ਨਰਕਾਂ ਨੂੰ ਪੈਸਾ ਸੁਰਗਾਂ ਵਿੱਚ ਪਹੁੰਚਾਉਂਦਾ। ਇਹ ਮਾਣ ਵਧਾਉਂਦਾ। ਇਹ ਪੈਸਾ ਕਰਦਾ ਬੰਦੇ ਦੀ ਹਾਨੀ। ਇਹ ਮਾਇਆ ਦੇ ਨਾਲ ਧਰਮ ਕਮਾ ਲਿਓ ਲੋਕ ਵੀ ਸੁਧਰ ਸਕਦਾ ਹੈ। ਪਾਪ ਕਮਾ ਲਿਓ, ਸ਼ਰਾਬਾਂ ਪੀ ਲਿਓ, ਭੈੜੇ ਕਰਮ ਕਰ ਲਿਓ, ਨਰਕਾਂ ਨੂੰ ਚਲਿਆ ਜਾਵੇਗਾ। ਚੰਗਾ ਕਰਮ ਕਰਿਆ, ਕਿਸੇ ਗਰੀਬ ਦੀ ਮਦਦ ਕਰੀ, ਤੇਰਾ ਮਾਣ ਵੱਧ ਜੂ। ਕਿਸੇ ਨੂੰ ਇਹ ਮਾਇਆ ਦੇ ਨਾਲ ਦੁੱਖ ਦੇਤਾ, ਕਿਸੇ ਵਾਸਤੇ ਕੰਡੇ ਖੜੇ ਕਰਤੇ, ਕਹਿੰਦੇ ਹਾਨੀ ਹੋ ਜੂਗੀ। ਮਾਇਆ ਛੱਡ ਜਾਣੀ ਏ ਕਰਦੇ ਕੋਈ ਜਗ ਭੰਡਾਰਾ। ਮਾਇਆ ਛੱਡ ਜਾਣੀ ਏ ਕਰਦੇ ਕੋਈ ਜਗ ਭੰਡਾਰਾ। ਨਾ ਰਹਿ ਜੂ ਦੁਨੀਆ ਤੇ ਬਣ ਜੂ ਦੁਖੀਆਂ ਲਈ ਸਹਾਰਾ। ਨਾ ਰਹਿ ਜੂ ਦੁਨੀਆ ਤੇ ਬਣ ਜੂ ਦੁਖੀਆਂ ਲਈ ਸਹਾਰਾ। ਇੱਕ ਨਲਕਾ ਲਾ ਦੇਵੀ ਜਿੱਥੇ ਲੋਕ ਪੀਣਗੇ ਪਾਣੀ। ਦੁਨੀਆ ਪਈ ਜਾਂਦੀ ਏ ਬੰਦਿਆ ਛੱਡ ਜਾ ਕੋਈ ਨਿਸ਼ਾਨੀ। ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੀ। ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ। ਇਹ ਮਾਇਆ ਛੱਡ ਕੇ ਸਭ ਨੇ ਚਲੇ ਜਾਣਾ ਹੈ। ਲੰਕਾ ਗੜ ਸੋਨੇ ਕਾ ਭਿਆ ਮੂਰਖ ਰਾਵਣ। ਕਿਆ ਲੈ ਗਿਆ बड़े बड़े कौरू बादशाह वर्गे सिकंदर बादशाह वर्गे सब को छड्ड के चले गए। किसे दे नाल माया नहीं गई। दुनिया छड्ड जानी है करदे कोई जग भंडारा। नौ रह जू दुनिया ते बन जू दुखियां लई सहारा। एक नलका ला दे भी जिथे लोग पीणगे पानी। दुनिया पी जाती है बंदिया छड्ड जा कोई निशानी। कहंदे एक नलका ला दी अज दे समय च पीण नूं पानी नहीं मिलदा है। पानी नहीं मिलता किसी नूं नलके क्योंकि पानी थल्ले चलिया गया। नलके चलते ही नहीं। कहंदे किते प्याऊ ला दी। पुराने समय दे विच ना लोग हल्टियां लाया करदे, नलके लाया करदे, तरवैणियां लाया करदे जिथे पशु पक्षी बैठ सकन। सहजे धर्म हुंदा सी। पैसे नाल रुकना नी देखी काल बनी दा पाना। पैसे नाल रुकना नी देखी काल बनी दा पाना। कल्ला तू आया सी आखर कल्ले ने तुर जाना। कल्ला तू आया सी आखर कल्ले ने तुर जाना। लखां दा हो के भी पल्ले जानी नहीं दीवानी। दुनिया पई जाती है बंदिया छड्ड जा कोई निशानी। दुनिया पई जाती है बंदिया छड्ड जा कोई निशानी। दुनिया पई जाती है बंदिया छड्ड जा कोई निशानी। ये पैसे दे नाल काल बड़ी दा पाना नहीं रुकना। कल्ला आया सी कल्ले नूं जाना पैना। लखां दा हो के भी खाली हथ जाना पैना। बड़े बड़े संसार तो खाली हथ चले गए। ठीक है माया माड़ी नहीं, माया दा दुरुपयोग माड़ा है। माया पिछे सारा जीवन ला देना माड़ा है। ऐनी कमा कबीर साहब महाराज कहंदे सहब इतना दीजिए जामे कुटुंब समाए।
मैं भी भूखा ना रहा साधु भी भूखा ना ਜਾਏ ਕਹਿੰਦੇ ਪ੍ਰਮਾਤਮਾ ਇੰਨਾ ਦੇ ਦੇ ਜਿਹਦੇ ਵਿੱਚ ਮੇਰਾ ਪਰਿਵਾਰ ਰੱਜ ਕੇ ਖਾ ਲਵੇ, ਮੇਰੇ ਦਰ ਤੇ ਆਇਆ ਖਾਲੀ ਵੀ ਨਾ ਜਾਵੇ, ਇੰਨਾ ਕੁ ਦੇ ਦੇ ਕਿਤੇ ਆਏ ਨਾ ਹੋਵੇ ਸਾਰਾ ਜੀਵਨ ਮਾਇਆ ਦੇ ਪਿੱਛੇ ਲੱਗ ਕੇ ਨਾ ਕੁਛ ਖਾਵੇ ਨਾ ਟੇਕ ਆਵੇ ਨਾ ਰੱਬ ਦਾ ਨਾਂ ਲਵੇ, ਐਂ ਕਮਾਉਂਦਾ ਮਰ ਗਿਆ ਬਾਅਦ ਚ ਕਿਸੇ ਨੇ ਪੁੱਛਿਆ ਹੀ ਨਹੀਂ, ਆਈ ਲੰਘ ਜਵੇ ਕਰੋੜਾਂ ਰੁਪਈਆ ਲੱਖਾਂ ਇਕੱਠਾ ਕਰ ਲਿਆ, ਜਾਣ ਵੇਲੇ ਨਾਲ ਕਿਸੇ ਨੇ ਜਾਣਾ ਕੁਛ ਨਾਲ ਨਹੀਂ ਜਾਂਦਾ, ਲੱਖਾਂ ਦਾ ਹੋ ਕੇ ਵੀ ਪੱਲੇ ਜਾਣੀ ਨਹੀਂ ਦੀਵਾਨੀ ਕੁਝ ਨਾਲ ਨਹੀਂ ਜਾਣਾ, ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੇ ਤਿੰਨ ਜੱਗ ਵਿੱਚ ਰਹਿੰਦੇ ਨੇ ਸੂਰਾ ਭਗਤ ਤੀਸਰਾ ਦਾਨੀ, ਤਿੰਨ ਜੱਗ ਵਿੱਚ ਰਹਿੰਦੇ ਨੇ ਸੂਰਾ ਭਗਤ ਤੀਸਰਾ ਦਾਨੀ, ਇਤਿਹਾਸ ਗਾਉਣ ਦੇ ਲਈ ਜੱਗ ਵਿੱਚ ਰਹਿੰਦੀ ਲਿਖੀ ਕਹਾਣੀ, ਇਤਿਹਾਸ ਗਾਉਣ ਦੇ ਲਈ ਜੱਗ ਵਿੱਚ ਰਹਿੰਦੀ ਲਿਖੀ ਕਹਾਣੀ, ਬਹੁਤੀ ਗੱਲ ਦਾ ਫਾਇਦਾ ਨਹੀਂ ਮੰਨ ਲੈ ਸੰਤਾਂ ਭਗਤਾਂ ਦੀ ਬਾਣੀ, ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੀ, ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੀ, ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੀ, ਤਿੰਨ ਜੱਗ ਵਿੱਚ ਰਹਿੰਦੇ ਨੇ ਸੂਰਮੇ ਭਗਤ ਤੇ ਦਾਨੀ, ਤਿੰਨ ਬੰਦਿਆਂ ਨੂੰ ਸੰਸਾਰ ਯਾਦ ਕਰਦਾ, ਬਾਕੀ ਤਾਂ ਆਵਾਗਮਨ ਦਾ ਚੱਕਰ ਹੈ, ਜਿਵੇਂ ਕੁੱਤੇ ਬਿੱਲੇ ਆਈ ਜਾਈ ਜਾਂਦੇ ਨੇ ਸਭ ਜਾਂਦੇ ਨੇ ਕੋਈ ਯਾਦ ਨਹੀਂ ਕਰਦਾ, ਤੁਸੀਂ ਦੇਖ ਲਓ ਤੁਹਾਨੂੰ ਚੌਥੀ ਪੀੜ੍ਹੀ ਤੋਂ ਬਾਅਦ ਕਿਸੇ ਦਾ ਨਾਮ ਵੀ ਨਹੀਂ ਚੇਤੇ ਹੋਣਾ ਵੀ ਕੌਣ ਹੋਇਆ ਹੋਣਾ, ਪਰ ਜਿਹੜੇ ਦਾਨੀ ਕਰਨ ਵਰਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੇ ਪੁੱਤਰਾਂ ਦੇ ਦਾਨੀ ਦੁਨੀਆ ਯਾਦ ਕਰਦੀ ਆ ਉਹਨਾਂ ਸੂਰਮਿਆਂ ਨੂੰ, ਹੋਰ ਨਹੀਂ ਕਿਸੇ ਨੂੰ ਯਾਦ ਕਰਿਆ ਜਾ ਸਕਦਾ, ਜਿਨ੍ਹਾਂ ਨੇ ਆਪਣੇ ਵਾਸਤੇ ਆਪਣੀਆਂ ਖੱਲਾਂ ਵੀ ਵੇਚਤੀਆਂ ਬੜੇ ਬੜੇ ਰਿਸ਼ੀਆਂ ਨੇ ਇੱਕ ਜੀਵ ਦੀ ਖਾਤਰ, ਜਾਂ ਦਾਨੀਆਂ ਨੂੰ ਯਾਦ ਕਰਿਆ ਜਾਂਦਾ ਜਾਂ ਸੂਰਮਿਆਂ ਨੂੰ ਜਿਹੜੇ ਦੇਸ਼ ਧਰਮ ਵਾਸਤੇ ਆਪਣਾ ਜੀਵਨ ਕੁਰਬਾਨ ਕਰਦਾ ਨਾ, ਤੇ ਜਾਂ ਉਹਨਾਂ ਭਗਤਾਂ ਨੂੰ ਜਿਨ੍ਹਾਂ ਨੇ ਬੰਦਗੀ ਕਰਕੇ ਸਿਮਰਨ ਕਰਕੇ ਤੇ ਸੰਸਾਰ ਦੇ ਵਿੱਚ ਫਿਰ ਗਿਆਨ ਵੰਡਿਆ ਹੈ, ਜਿਵੇਂ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ, ਇਹੋ ਜਿਹਿਆਂ ਨੂੰ ਯਾਦ ਕਰਿਆ ਜਾਂਦਾ ਹੈ। ਸੋ ਰਹੋ ਵਿਚਾਰ ਬੋਲਦਿਆਂ ਕੋਲੋਂ ਬਹੁਤ ਸਾਰੇ ਅੱਖਰ ਵੱਧ ਘੱਟ ਬੋਲੇ ਜਾਂਦੇ ਨੇ, ਸਾਧ ਸੰਗਤ ਬਖਸ਼ਣ ਯੋਗ ਹੈ। ਦੁਨੀਆ ਪਈ ਜਾਂਦੀ ਏ ਬੰਦਿਆ ਛੱਡ ਜਾ ਕੋਈ ਨਿਸ਼ਾਨੀ, ਦੁਨੀਆ ਪਈ ਜਾਂਦੀ ਏ ਬੰਦਿਆ ਛੱਡ ਜਾ ਕੋਈ ਨਿਸ਼ਾਨੀ, ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੀ, ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੀ, ਦੁਨੀਆ ਪਈ ਜਾਂਦੀ ਆ ਬੰਦਿਆ ਛੱਡ ਜਾ ਕੋਈ ਨਿਸ਼ਾਨੀ, ਦੁਨੀਆ ਪਈ ਜਾਂਦੀ ਐ ਬੰਦਿਆ ਛੱਡ ਜਾ ਕੋਈ ਨਿਸ਼ਾਨੀ, कबीर आज के काल के 5 दिन जंगल होएगा वास, परी ऊपर देंगे तोर चगंदे घास, सात साहिब वाहिगुरु जी का खालसा वाहिगुरु जी की ਫਤਿਹ। आवाज नहीं आती फतेह दी, ਸਾਰੇ ਜ਼ੋਰ ਨਾਲ ਬੋਲਿਆ ਕਰੋ ਕਿਉਂਕਿ ਪ੍ਰਮਾਤਮਾ ਦਾ ਨਾਮ ਲੈਣ ਦੇ ਨਾਲ ਜੀਵਨ ਸਫਲ ਹੋ ਜਾਂਦਾ ਹੈ। ਸਾਰੇ ਪ੍ਰੇਮ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।